ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਅੱਜ 6 ਮਾਰਚ ਦਾ ਦਿਨ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਟੀਵੀ 84 ਦੇ ਦਰਸ਼ਕਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਇਸ ਦੇ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਈ ਦਿਨਾਂ ਤੋਂ ਮਨ ਵਰਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਨੇ ਜ਼ਬਰੀ ਬੇਹੋਸ਼ ਕਰਕੇ ਗਲੂਕੋਜ਼ ਲਗਾ ਦਿੱਤਾ ਹੈ ਤੇ ਤਰਲ ਭੋਜਨ ਦੇਣ ਲਈ ਵੀ ਨਾਲੀ ਲਗਾ ਦਿੱਤੀ ਹੈ। ਅਜੇ ਵੀ ਉਹਨਾਂ ਦੀ ਫੈਮਿਲੀ ਦੇ ਨਾਲ ਧੱਕਾ ਹੋ ਰਿਹਾ ਹੈ ਅਤੇ ਬਾਪੂ ਸੂਰਤ ਸਿੰਘ ਜੀ ਦੇ ਸੁਪੁੱਤਰ ਰਵਿੰਦਰਜੀਤ ਸਿੰਘ ਨੂੰ 157 ਅਮਨ ਭੰਗ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਨੂੰ ਕਾਮਯਾਬ ਕਰਨ ਅਤੇ ਹੋਰ ਵੀ ਅਵੇਅਰਨੈਸ ਪੈਦਾ ਕਰਨ ਲਈ ਪੰਜਾਬ ਵਿੱਚ ਤੇ ਬਾਹਰ ਦੇ ਦੇਸ਼ਾਂ ਦੇ ਵਿੱਚ ਵੰਗਾਰ ਮਾਰਚ ਕੱਢੇ ਜਾ ਰਹੇ ਹਨ। ਵਿਊਅਰਸ, ਅੱਜ ਅਸੀਂ ਸਿੱਖ ਸਕਾਲਰ ਤੇ ਹਿਸਟੋਰੀਅਨ ਡਾਕਟਰ ਗੁਰਦਰਸ਼ਨ ਸਿੰਘ ਜੀ ਨਾਲ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਅਤੇ ਹੋਰ ਰੀਸੈਂਟ ਮੁੱਦਿਆਂ ਤੇ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। 84 ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਕੰਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅੱਜ ਹੋਲਾ ਮਹੱਲੇ ਦਾ ਮੁਬਾਰਕ ਦਿਨ ਹੈ, ਸਭ ਤੋਂ ਪਹਿਲਾਂ ਇਸ ਦਿਨ ਸੰਬੰਧੀ ਅਤੇ ਇੰਪੋਰਟੈਂਸ ਆਫ ਹੋਲਾ ਮਹੱਲਾ ਇਨ ਸਿੱਖ ਰਿਲੀਜਨ, ਇਸ ਬਾਰੇ ਤੋਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਗੁਰੂਆਂ ਨੇ ਹਰ ਜਿਹੜਾ ਤਿਉਹਾਰ ਹੈ ਉਸ ਨੂੰ ਮੌਸਮ ਦੇ ਨਾਲ ਮੌਸਮ ਦੇ ਨਾਲ ਮਿਲ ਕੇ ਉਸ ਦੇ ਨਾਲ ਲੋਕਾਂ ਨੂੰ ਮਤਲਬ ਇੱਕ ਉਤਸ਼ਾਹ ਕਰਨ ਦੇ ਲਈ ਇਹ ਸਾਰੇ ਤਿਉਹਾਰ ਬਣਾਏ, ਚਾਹੇ ਵਿਸਾਖੀ ਦਾ ਤਿਉਹਾਰ ਹੈ, ਚਾਹੇ ਹੋਲੇ ਮਹੱਲੇ ਦਾ ਤਿਉਹਾਰ ਹੈ। ਇਹ ਸਾਡੇ ਲਈ ਦੂਸਰੀ ਕਮਿਊਨਿਟੀ ਨਾਲੋਂ ਇੱਕ ਡਿਫਰੈਂਟ ਕਿਸਮ ਦੀ ਅੰਡਰਸਟੈਂਡਿੰਗ ਤੇ ਉਤਸ਼ਾਹ ਦਿੰਦਾ ਹੈ। ਇਹ ਬਹੁਤ ਬੜਾ ਇੰਪੋਰਟੈਂਟ ਤਿਉਹਾਰ ਹੈ ਸਾਡੇ ਲਈ, ਔਰ ਇਹ ਸਾਡੇ ਨੂੰ ਉਤਸ਼ਾਹ ਦਿੰਦਾ ਹੈ ਕਿ ਅਸੀਂ ਤਿਆਰ ਹੋ ਕੇ ਖਾਲਸੇ ਦੇ ਪੂਰੇ ਮਹੱਲੇ ਦੇ ਵਿੱਚ ਖਾਲਸੇ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਉਸ ਦੀ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸਮਰਪਿਤ ਰਹੀਏ। ਸੋ ਇਸ ਤਿਉਹਾਰ ਦੀ ਬਹੁਤ ਵੱਡੀ ਸਿਗਨੀਫਿਕੈਂਸ ਆ ਔਰ ਬਹੁਤ ਵੱਡਾ ਇਕੱਠ ਹੁੰਦਾ ਅਨੰਦਪੁਰ ਸਾਹਿਬ ਦੇ। ਕੱਲ ਹੋ ਚੁੱਕਿਆ, ਤੁਹਾਡਾ ਤਾਂ ਅੱਜ ਆ, ਸਾਡਾ ਕੱਲ ਹੋ ਚੁੱਕਿਆ ਹੈ। ਤਾਂ ਉੱਥੇ ਸੰਗਤਾਂ ਬਹੁਤ ਦੂਰੋਂ ਸੈਂਕੜੇ ਹਜ਼ਾਰਾਂ ਮੀਲਾਂ ਤੋਂ ਆਉਂਦੀਆਂ, ਟਰੱਕਾਂ ਦੇ ਉੱਤੇ, ਸਕੂਟਰਾਂ ਦੇ ਉੱਤੇ, ਬੱਸਾਂ ਦੇ ਉੱਤੇ, ਕਾਰਾਂ ਦੇ ਉੱਤੇ ਆ ਕੇ ਉੱਥੇ ਬੈਠ ਕੇ ਬਹੁਤ ਬੜਾ ਗੁਰੂ ਦਾ ਨਾਮ ਲੈਂਦੇ ਆ, ਦਰਸ਼ਨ ਕਰਦੇ ਆ ਅਨੰਦਪੁਰ ਸਾਹਿਬ ਦੇ। ਉੱਥੇ ਹਥਿਆਰ ਆ ਗੁਰੂ ਮਹਾਰਾਜ ਦੇ, ਉਹਨਾਂ ਦੇ ਦਰਸ਼ਨ ਕਰਦੇ ਆ ਤੇ ਉਹਨਾਂ ਨੂੰ ਮਤਲਬ ਸ਼ਰਧਾ ਦੇ ਫੁੱਲ ਦਿੰਦੇ ਆ। ਤਾਂ ਇਹ ਬਹੁਤ ਵੱਡਾ ਇੱਕ ਸਾਡਾ ਬਹੁਤ ਵੱਡਾ ਤਿਉਹਾਰ ਹੈ, ਜਿਸ ਦੇ ਵਿੱਚ ਸਾਰੇ ਸਿੱਖ ਜਿਹੜੇ ਆ ਉਹ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦਾ ਸਤਿਕਾਰ ਕਰਕੇ ਗੁਰੂ ਨੂੰ ਯਾਦ ਕਰਦੇ ਆ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫॉर दैट ਇਨਫੋਰਮੇਸ਼ਨ। ਸਾਰੇ ਟੀਵੀ 84 ਦੇ ਦਰਸ਼ਕਾਂ ਵੱਲੋਂ ਤੇ ਟੀਵੀ 84 ਟੀਮ ਵੱਲੋਂ ਤੁਹਾਨੂੰ ਵੀ ਬਹੁਤ ਮੁਬਾਰਕਬਾਦ ਦਿੰਦੇ ਹਾਂ ਹੋਲੇ ਮਹੱਲੇ ਦੀ। ਵੀ ਬਹੁਤ ਮੁਬਾਰਕ ਜੀ। ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਅੱਜ ਅਸੀਂ ਦੋ ਮੇਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਸੂਰਤ ਸਿੰਘ ਜੀ ਦੀ। ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਕਿਵੇਂ ਹੈ? ਆਲਸੋ ਤੁਸੀਂ ਉਹਨਾਂ ਦੇ ਸੰਘਰਸ਼ ਬਾਰੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀ ਉੱਥੇ ਲੁਧਿਆਣੇ ਸਿਵਲ ਹਸਪੀਟਲ ਦੇ ਵਿੱਚ ਉਹ ਦਾਖਲ ਸੀ। ਬਾਹਰ ਉਹਨਾਂ ਦੀ ਪੁਲਿਸ ਦਾ ਪਹਿਰਾ ਸੀ ਬੜਾ ਜ਼ਬਰਦਸਤ। ਉੱਥੇ 25-30 ਪੁਲਿਸ ਦੇ ਕਰਮਚਾਰੀ ਉੱਥੇ ਸੀਗੇ ਔਰ ਉਹ ਹਰ ਇੱਕ ਬੰਦੇ ਨੂੰ ਜਿਹੜਾ ਅੰਦਰ ਮਿਲ ਜਾਂਦਾ ਸੀ ਉਹਦਾ ਨਾਂ, ਉਹਦਾ ਸੈੱਲ ਨੰਬਰ, ਉਹਦਾ ਐਡਰੈਸ ਵਗੈਰਾ ਨੋਟ ਕਰਕੇ ਤਾਂ ਉਸ ਕਮਰੇ ਦੇ ਵਿੱਚ ਜਾਣ ਦਿੰਦੇ ਸੀ। ਉੱਥੇ ਉਹਨਾਂ ਦੀ ਬੇਟੀ ਜਿਹੜੀ ਕਿ ਸ਼ਿਕਾਗੋ ਦੇ ਵਿੱਚ ਰਹਿੰਦੀ ਆ, ਉਹ ਪਹੁੰਚੀ ਵੀ ਸੀ, ਉਹ ਉਹਨਾਂ ਦੀ ਦੇਖਭਾਲ ਕਰਦੀ ਸੀ। ਔਰ ਉਹਨਾਂ ਨਾਲ ਗੱਲਬਾਤ ਜਦੋਂ ਅਸੀਂ ਕੀਤੀ, ਉਹ ਬੜੀ ਚੜ੍ਹਦੀ ਕਲਾ 'ਚ ਸੀ। ਉਹਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਜਿਹੜੀ ਗੁਰਬਖਸ਼ ਸਿੰਘ ਨੇ ਅਰਦਾਸ ਕਰਕੇ ਉਸ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਉੱਥੇ ਅੰਬ ਸਾਹਿਬ ਦੇ ਵਿੱਚ, ਉਸ ਤੋਂ ਬਾਅਦ ਅੰਬਾਲੇ ਦੇ ਵਿੱਚ, ਔਰ ਉਹ ਸਹੁੰ ਪੂਰੀ ਕਰ ਨਹੀਂ ਸਕੇ ਔਰ ਉਸ ਗੱਲ ਨੂੰ ਪੂਰਾ ਕਰਨ ਲਈ ਮੈਂ ਅੱਗੇ ਨਿਕਲਿਆ। ਕੋਈ ਚੀਜ਼ ਖਾਂਦੇ ਨਹੀਂ ਸੀ, ਕੋਈ ਕਿਸੇ ਕਿਸਮ ਦੀ, ਜਿਹੜੇ ਡਾਕਟਰ ਉਹਨਾਂ ਨੂੰ ਘੰਟੇ ਮਗਰੋਂ ਐਗਜ਼ਾਮਿਨ ਕਰਨ ਆਉਂਦੇ ਸੀ, ਕਦੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੈਂਦੇ ਸੀ, ਕਦੇ ਬਲੱਡ ਲੈ ਕੇ ਉਹਨਾਂ ਦਾ ਸਾਰਾ ਟੈਸਟ ਕਰਦੇ ਸੀ ਔਰ ਉਹ ਉਸ ਵੇਲੇ ਤੱਕ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਬੜੇ ਕਾਇਮ ਸੀ। ਪਰ ਸਾਡੇ ਆਉਣ ਤੋਂ 2-3 ਦਿਨ ਮਗਰੋਂ ਉਹਨਾਂ ਨੂੰ ਪੁਲਿਸ ਨੇ ਜਬਰੀ ਤਰਲ ਪਦਾਰਥ ਦੇ ਦਿੱਤੇ, ਉਹਨਾਂ ਦੇ ਨਾਲੀ ਲਗਾ ਕੇ ਗਲੇ ਦੇ ਵਿੱਚ, ਔਰ ਇਸੇ ਤਰੀਕੇ ਨਾਲ ਉਹਨਾਂ ਨੂੰ ਗਲੂਕੋਸ ਦੇਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੂੰ ਮਤਲਬ ਉਸ ਗੱਲ ਦੇ ਨਾਲ ਉਹਨਾਂ ਨੇ ਆਪਣੇ ਗਲੇ 'ਚ ਉਹ ਕੱਢ ਦਿੱਤਾ ਜੋ ਸਾਨੂੰ ਪਤਾ ਲੱਗਿਆ। ਉਸ ਤੋਂ ਬਾਅਦ ਅਸੀਂ ਇੱਕ ਸਟੇਟਮੈਂਟ ਦਿੱਤੀ ਸੀ, ਉਹਨਾਂ ਦੀ ਬੇਟੀ ਸਾਡੇ ਕੋਲ ਇੱਥੇ ਆਏ ਸੀ ਚੰਡੀਗੜ੍ਹ ਦੇ ਵਿੱਚ, ਅਸੀਂ ਪ੍ਰੈਸ ਕਾਨਫਰੰਸ ਕਰਕੇ ਉੱਥੇ ਸਟੇਟਮੈਂਟ ਦਿੱਤੀ ਸੀ ਵੀ ਇਹ ਉਹਨਾਂ ਨਾਲ ਬੜਾ ਜ਼ੁਲਮ ਹੋ ਰਿਹਾ। ਔਰ ਜਿਹੜਾ DGP ਸੀ ਉਸਨੇ ਇਹ ਗੱਲ ਕਹੀ ਸੀ
ਕਿ ਦੇਖੋ ਉਹ ਘਿਓ ਖਾ ਰਹੇ ਆ, ਇਹ ਖਾ ਰਹੇ ਆ, ਉਹ ਖਾ ਰਹੇ ਆ। ਉਸ ਦਾ ਅਸੀਂ ਜਵਾਬ ਦਿੱਤਾ ਸੀ ਜੇ ਉਹ ਇਹ ਖਾ ਰਹੇ ਆ ਤਾਂ ਤੁਹਾਨੂੰ ਇਹ ਤਰੱਦਦ ਕਰਨ ਦੀ ਕੀ ਜ਼ਰੂਰਤ ਆ? ਤੁਸੀਂ ਉਹਨਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਜੇ ਉਹ ਖਾ ਹੀ ਰਹੇ ਆ ਸਾਰੀਆਂ ਚੀਜ਼ਾਂ, ਮਤਲਬ ਕਿੰਨਾ ਝੂਠ ਮਤਲਬ ਉਸਨੇ ਐਲਾਨੀਆ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਬੋਲਿਆ। ਔਰ ਉਹਨਾਂ ਨੇ ਆਪਣੀ ਨਾਲੀ ਵੀ ਗਲੇ ਚੋਂ ਲਾ ਲਈ। ਹੁਣ ਉਹਨਾਂ ਨੂੰ ਪਿਸ਼ਾਬ ਕਰਨ ਦੀ ਵੀ ਪਰੇਸ਼ਾਨੀ ਆਉਂਦੀ ਆ। ਪਹਿਲਾਂ ਉਹ ਉਹਨਾਂ ਦੀ ਬੇਟੀ ਦੇ ਕਹਿਣ ਮੁਤਾਬਕ ਉਹ ਨਾਰਮਲੀ ਪਿਸ਼ਾਬ ਵਗੈਰਾ ਕਰ ਲੈਂਦੇ ਸੀ, ਆਪਣਾ ਬਾਥਰੂਮ 'ਚ ਵੀ ਚਲੇ ਜਾਂਦੇ ਸੀ, ਉਹਨਾਂ ਨੂੰ ਪਕੜ ਕੇ ਲੈ ਜਾਂਦੇ ਸੀ। ਤਾਂ ਬਿਲਕੁਲ ਠੀਕ ਸੀ, ਕਾਇਮ ਸੀ, ਉਹਨਾਂ ਦੀ ਹੋਸ਼ੋ ਹਵਾਸ ਦੇ ਵਿੱਚ ਸੀ, ਚੜ੍ਹਦੀ ਕਲਾ ਦੇ ਵਿੱਚ ਸੀ। ਔਰ ਗੁਰੂ ਅੱਗੇ ਅਰਦਾਸ ਕਰਦੇ ਸੀ, ਆਗੀਆਂ ਸੰਗਤਾਂ ਨੂੰ ਮਿਲਦੇ ਸੀ, ਉਹਨਾਂ ਨਾਲ ਗੱਲਬਾਤ ਕਰਦੇ ਸੀ, ਸਭ ਠੀਕ ਠਾਕ ਸੀ ਜਦੋਂ ਅਸੀਂ ਉਹਨਾਂ ਨੂੰ ਦੇਖਿਆ। ਪਰ ਉਸ ਤੋਂ ਬਾਅਦ ਹੁਣ ਸਾਨੂੰ ਕੋਈ ਪਤਾ ਨਹੀਂ, ਸਾਡਾ ਉਹਨਾਂ ਨਾਲ ਪਰਸਨਲ ਕੰਟੈਕਟ ਨਹੀਂ, ਬਟ ਜੋ ਵੀ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਹਲੇ ਤੱਕ ਅੰਦਰ ਆ ਔਰ ਉਹ ਅਮਰੀਕਨ ਸਿਟੀਜ਼ਨ ਆ। ਅਸੀਂ ਇਹ ਵੀ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ, ਚੇਤਾਵਨੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਕਿ ਉਹ ਅਮਰੀਕਨ ਸਿਟੀਜ਼ਨ ਆ, ਉਸ ਨੂੰ ਇਸ ਕਿਸਮ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਅੰਦਰ ਰੱਖਣਾ ਬਹੁਤ ਹੀ ਜ਼ਿਆਦਾ ਮਹਿੰਗਾ ਪੈ ਸਕਦਾ ਪੰਜਾਬ ਦੀ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ। ਪਰ ਇਹ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਅੰਨੀ ਬੋਲੀ ਸਰਕਾਰ ਆ, ਇਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਪਿੱਛੇ ਹਟ ਕੇ ਜੋ RSS ਵਾਲੇ ਕਹਿੰਦੇ ਆ ਉਹਨਾਂ ਦੇ ਮੁਤਾਬਕ ਚੱਲਦੇ ਆ। ਔਰ ਇਹ ਜਿਹੜਾ ਜੋ ਉਹਨਾਂ ਨੇ ਅਨਸ਼ਨ ਰੱਖਿਆ ਹੋਇਆ ਹੈ, ਇਹ ਕਿਸੇ ਸਰਕਾਰ ਦੀ ਆਤਮਾ ਨੂੰ ਝੰਜੋੜਨ ਵਾਲੀ ਗੱਲ ਹੈ। ਲੇਕਿਨ ਆਤਮਾ ਹੋਵੇ ਤਾਂ ਝੰਜੋੜੀ ਜਾਵੇ। ਨਾ ਪੰਜਾਬ ਸਰਕਾਰ ਦੀ ਕੋਈ ਆਤਮਾ, ਨਾ ਹਿੰਦੁਸਤਾਨ ਦੀ ਸਰਕਾਰ ਦੀ ਕੋਈ ਆਤਮਾ। ਇਹ ਆਤਮਾ ਤੋਂ ਰਹਿਤ ਸਰਕਾਰਾਂ ਹਨ, ਖਾਸ ਤੌਰ ਦੇ ਉੱਤੇ ਉਹਨਾਂ ਮਸਲਿਆਂ ਦੇ ਉੱਤੇ ਜਿਹੜੀਆਂ ਘੱਟ ਗਿਣਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ। ਇਸੇ ਤਰੀਕੇ ਦੀ ਗੱਲ ਦੇਖੋ, ਮਨੀਪੁਰ ਦੇ ਵਿੱਚ ਇੱਕ ਲੜਕੀ ਆ ਸ਼ਰਮੀਲਾ, ਜਿਹੜੀ ਕਿ ਅੱਜ ਤੋਂ 15 ਸਾਲ ਤੋਂ ਲਗਾਤਾਰ ਇਸ ਕਿਸਮ ਦੀ ਭੁੱਖ ਹੜਤਾਲ ਤੇ ਬੈਠੀ ਆ ਔਰ ਉਸ ਦੇ ਨੱਕ ਦੇ ਵਿੱਚ ਨਾਲੀ ਲਾ ਕੇ ਉਸ ਨੂੰ ਮਤਲਬ ਪਦਾਰਥ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਲੇਕਿਨ ਉਹ ਆਪਣੀ ਜ਼ਿੱਦ ਦੇ ਉੱਤੇ ਇਸ ਗੱਲ ਕੇ ਖੜੀ ਹੈ ਕਿ ਉਹਨਾਂ ਏਰੀਆ ਦੇ ਵਿੱਚੋਂ ਜਿਹੜੀਆਂ ਫੌਜਾਂ ਹੈ ਉਹਨਾਂ ਨੂੰ ਵਾਪਸ ਲਿੱਤਾ ਜਾਏ। ਫੌਜਾਂ ਨੂੰ ਜਿਹੜੇ ਖਾਸ ਅਧਿਕਾਰ ਦਿੱਤੇ ਗਏ ਆ ਕਿ ਉਹ ਕੋਈ ਵੀ ਜ਼ੁਲਮ ਕਰਨ, ਉਹਨਾਂ ਦੀ ਕੋਈ ਟ੍ਰਾਇਲ ਨਹੀਂ ਹੋਏਗੀ। ਉਸ ਚੀਜ਼ ਨੂੰ ਵਿਡਰਾ ਕਰਨ ਲਈ ਉਹ 15 ਸਾਲ ਤੋਂ ਵਿਚਾਰੀ ਲੜਕੀ, ਜਿਹੜੀ ਯੰਗ ਲੜਕੀ, ਹੁਣ ਤਾਂ ਉਹ ਵੂਮਨ ਹੋ ਗਈ ਆ, ਉਸ ਦਾ ਫਿਜ਼ੀਕਲੀ ਟੋਟਲੀ ਨਾਸ ਮਾਰ ਦਿੱਤਾ ਇਸ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ। ਉਤੋਂ ਇਸੇ ਤਰੀਕੇ ਨਾਲ ਹੁਣ ਜਿਹੜੇ ਬਾਪੂ ਸੂਰਤ ਸਿੰਘ ਜੀ ਆ, ਇਹਨਾਂ ਨਾਲ ਵੀ ਉਸੇ ਕਿਸਮ ਦਾ ਜ਼ੁਲਮ ਤੇ ਤਸ਼ੱਦਦ ਕੀਤਾ ਜਾ ਰਿਹਾ। ਔਰ ਇਹਨਾਂ ਦਾ ਜਿਹੜਾ ਜ਼ੁਲਮ ਤੇ ਤਸ਼ੱਦਦ ਇਹਨਾਂ ਤਾਂ ਹੀ ਨਹੀਂ ਕਨਫਾਈਨਡ, ਬਲਕਿ ਇਹਨਾਂ ਦੀ ਪਰਿਵਾਰ ਤੱਕ ਵੀ ਕਨਫਾਈਨਡ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ। ਔਰ ਜਿਹੜੇ ਲੋਕ ਉਹਨਾਂ ਨੂੰ ਮਿਲਣ ਜਾਂਦੇ ਆ, ਹਮਦਰਦੀ ਕਰਨ ਜਾਂਦੇ ਆ, ਉਹਨਾਂ ਲੋਕਾਂ ਨੂੰ ਵੀ ਮਤਲਬ ਪਰੇਸ਼ਾਨ ਕੀਤਾ ਜਾ ਰਿਹਾ। ਕਈ ਲੋਕਾਂ ਨੂੰ ਅਰੈਸਟ ਕਰ ਲਿਆ ਬਗੈਰ ਕਿਸੇ ਗੱਲ ਤੋਂ। ਕਈ ਲੋਕ ਅੰਡਰਗਰਾਉਂਡ ਹੋਏ ਵੇ ਆ, ਡਰਦੇ ਸਰਕਾਰ ਤੋਂ ਵੀ ਸਾਨੂੰ ਫੜ ਕੇ ਅੰਦਰ ਕਰ ਦੇਣਗੇ। ਔਰ ਕੋਈ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਤੋ ਇਸ ਕਿਸਮ ਦੀ ਇਹ ਸਟੇਟ ਜਿਹੜੀ ਹੈਗੀ ਹੈ, ਇਹ ਟੋਟਲੀ ਡਿਕਟੇਟੋਰੀਅਲ, ਟੋਟਲੀ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਦੀ ਕੋਈ ਇਸ ਨੂੰ ਕਦਰ ਨਹੀਂ। ਔਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ, ਲੋਕਾਂ ਨੂੰ ਤਕਲੀਫਾਂ ਦੇ ਰਹੇ ਆ, ਲੋਕਾਂ ਨੂੰ ਕੋਈ ਡੈਮੋਕ੍ਰੈਟਿਕ ਰਾਈਟ ਨਹੀਂ ਦਿੰਦੇ ਕਿ ਉਹ ਪੀਸਫੁਲੀ ਡੈਮੋਕ੍ਰੈਟਿਕ ਰਾਈਟ ਦੇ ਨਾਲ ਆਪਣੀ ਗੱਲ ਕਹਿ ਸਕਣ। ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਸਿੱਖ ਜਿਹੜੇ ਆ ਉਹ ਪਏ ਹੋਏ ਆ। ਔਰ ਬੜੀ ਇਹ ਦੁਖਦਾਈ ਗੱਲ ਹੈ, ਬੜੀ ਇਹ ਇਸ ਗੱਲ ਦੇ ਉੱਤੇ ਤਕਲੀਫ ਹੁੰਦੀ ਹੈ ਜਦੋਂ ਇਸ ਨੂੰ ਸੋਚਿਆ ਜਾਂਦਾ। ਤਾਂ ਮੈਂ ਤਾਂ ਉਹਨਾਂ ਨੂੰ ਕਿਹਾ ਸੀ, ਸੂਰਤ ਸਿੰਘ ਜੀ ਨੂੰ, ਵੀ ਇਹ ਜਿਹੜੀ ਸਰਕਾਰ ਆ, ਸਰਕਾਰ ਨੂੰ ਚਲਾਉਣ ਵਾਲੇ, ਇਹਨਾਂ ਦੀ ਕੋਈ ਆਤਮਾ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਰਹਿਮ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਦਇਆ ਨਹੀਂ ਹੈ। ਇਹ ਭ੍ਰਿਸ਼ਟੇ ਹੋਏ ਲੋਕ ਆ, ਇਹਨਾਂ ਦੀ ਆਤਮਾ ਨੂੰ ਤੁਸੀਂ ਝੰਜੋੜ ਨਹੀਂ ਸਕਦੇ ਇਸ ਕਿਸਮ ਦੇ ਅਨਸ਼ਨ ਕਰਕੇ। ਪਰ ਉਹਨਾਂ ਨੇ ਆਪਣੀ ਉਹ ਇਰਾਦੇ ਦੇ ਪੱਕੇ ਆ ਔਰ ਉਹ ਚਾਹੁੰਦੇ ਆ ਕਿ ਮੈਂ ਉਹ ਜਿਹੜੀ ਉਹਨਾਂ ਨੇ ਅਰਦਾਸ ਭੰਗ ਕੀਤੀ ਆ ਗੁਰਬਖਸ਼ ਸਿੰਘ ਨੇ, ਉਸ ਗੱਲ ਨੂੰ ਦੁਬਾਰਾ ਮਤਲਬ ਕਰਕੇ ਬਹਾਲ ਕਰ ਸਕਾਂ ਔਰ ਦੁਨੀਆ ਨੂੰ ਦੱਸ ਸਕਾਂ ਵੀ ਸਿੱਖ ਜੋ ਅਰਦਾਸ ਕਰਕੇ ਬੈਠਦਾ ਤਾਂ ਉਸ ਤੋਂ ਪਿੱਛੇ ਨਹੀਂ ਮੁੜਨਾ। ਇਹ ਇੱਕ ਗੱਲ ਆ। ਦੂਜੀ ਗੱਲ ਆ ਵੀ ਜਿਹੜੇ ਬੰਦੀ ਵਿਚਾਰੇ ਸਿੱਖ ਆ, ਉਹ ਜਦੋਂ ਬੰਦੀ ਸਿੱਖ ਕਿਹਨਾਂ ਨੇ ਕੀਤੇ? ਬੰਦੀ ਸਿੱਖ ਉਹਨਾਂ ਨੇ ਕੀਤੇ ਆ ਜਿਹੜੇ ਸਿੱਖਾਂ ਦੇ ਜਾਨੀ ਦੁਸ਼ਮਣ। ਔਰ ਉਹਨਾਂ ਨੂੰ ਅਸੀਂ ਉਹਨਾਂ ਤੋਂ ਕਿਹੜੀ ਫਰਿਆਦ ਕਰ ਸਕਦੇ ਹਾਂ? ਅਸੀਂ ਉਹਨਾਂ ਤੋਂ ਕਿਸ ਕਿਸਮ ਦੀ ਦਇਆ ਤੇ ਰਹਿਮ ਮੰਗ ਸਕਦੇ ਹਾਂ?
ਕਿਉਂਕਿ ਉਹ ਤਾਂ ਸਾਡੇ ਜਾਨੀ ਦੁਸ਼ਮਣ ਆ ਔਰ ਉਹਨਾਂ ਨੇ ਤਾਂ ਸਾਡੇ ਬੰਦਿਆਂ ਨੂੰ ਅੰਦਰ ਰੱਖਣਾ ਹੀ ਰੱਖਣਾ ਹੈ ਔਰ ਉਹਨਾਂ ਨੂੰ ਪਰੇਸ਼ਾਨ ਕਰਨਾ। ਔਰ ਦੇਖੋ ਜਿਹੜੇ ਜਵਾਨੀ ਚ ਗਏ ਉਹ ਵਿਚਾਰੇ ਬੁੱਢੇ ਹੋ ਗਏ। ਇੱਕ ਵਿਚਾਰਾ ਬੰਦੀ ਆ ਜਿਹਦੀ 90 ਸਾਲ ਤੋਂ ਉੱਤੇ ਉਮਰ ਹੈ ਔਰ ਉਸ ਦੀਆਂ ਅੱਖਾਂ ਦੀ ਜੋਤੀ ਵੀ ਜਾਂਦੀ ਰਹੀ ਉੱਥੇ ਜੇਲ੍ਹ ਦੇ ਵਿੱਚ। ਔਰ ਤੁਸੀਂ ਦੇਖੋ ਦੂਜੇ ਪਾਸੇ ਇਹਨਾਂ ਨੇ ਇੱਕ ਦਰਿੰਦਾ ਜਿਹੜਾ ਕੈਟ ਸੀ ਪੁਲਿਸ ਦਾ ਪਿੰਕੀ, ਉਸ ਨੇ ਸ਼ਰੇਆਮ ਲੁਧਿਆਣੇ ਸ਼ਹਿਰ ਦੇ ਵਿੱਚ ਕਤਲ ਕੀਤਾ ਸੀ ਕਿਸੇ ਇੱਕ ਬੱਚੇ ਦਾ। ਕਿਸੇ ਦਾ ਇੱਕ ਬੱਚਾ ਸੀ, ਗਲੀ ਦੇ ਵਿੱਚ ਜਾਂਦੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਔਰ ਉਸ ਨੂੰ ਉਮਰ ਕੈਦ ਸੀ। ਉਮਰ ਕੈਦ ਨੂੰ ਉਹਨੂੰ ਪਹਿਲਾਂ ਪੈਰੋਲ ਤੇ ਹੀ ਰੱਖਿਆ ਬਹੁਤ ਦੇਰ, ਫਿਰ ਉਸ ਤੋਂ ਬਾਅਦ ਉਹਨਾਂ ਨੂੰ 7.5 ਸਾਲ ਪੂਰੇ ਨਹੀਂ ਸੀ ਹੋਏ ਉਸ ਨੂੰ ਕੱਢ ਕੇ ਬਾਹਰ ਮਾਰਿਆ। ਇਸੇ ਤਰੀਕੇ ਨਾਲ ਇੱਕ DSP ਆ ਉਸ ਨੂੰ ਬਾਹਰ ਕੱਢਿਆ, ਇੱਕ SSP ਆ ਉਹਨੂੰ ਬਾਹਰ ਕੱਢ ਕੇ ਉਹਨੂੰ ਬਹਾਲ ਕਰ ਦਿੱਤਾ ਨੌਕਰੀ ਦੇ ਉੱਤੇ। ਤੋ ਜਿਹੜੇ ਸਿੱਖ ਵਿਚਾਰੇ ਕੈਦੀ ਆ ਉਹਨਾਂ ਤੇ ਕਿਸੇ ਕਿਸਮ ਦੀ ਰਹਿਮ ਨਹੀਂ, ਕਿਸੇ ਕਿਸਮ ਦੀ ਦਇਆ ਨਹੀਂ, ਕਿਸੇ ਕਿਸਮ ਦਾ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਤੋ ਇਸ ਸਿਚੁਏਸ਼ਨ ਜਿਹੜੀ ਆ ਇਹ ਬੜੀ ਮਤਲਬ ਸਿੱਖਾਂ ਲਈ ਫਿਕਰ ਵਾਲੀ ਗੱਲ ਆ, ਸਿੱਖਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਆ। ਤੋ ਕਿਸ ਸਰਕਾਰ ਤੋਂ ਸਿੱਖ ਰਹਿਮ ਮੰਗਣ, ਕਿਸ ਸਰਕਾਰ ਤੋਂ ਸਿੱਖ ਇਸ ਗੱਲ ਦੀ ਫਰਿਆਦ ਕਰਨ ਵੀ ਸਾਡੇ ਜਿਹੜੇ ਬੰਦੇ ਅੰਦਰ ਆ ਉਹਨਾਂ ਨੂੰ ਤੁਸੀਂ ਛੱਡੋ। ਮੇਰੇ ਹਿਸਾਬ ਦੇ ਵਿੱਚ, ਮੇਰੀ ਸਮਝ ਦੇ ਮੁਤਾਬਕ ਇਹਨਾਂ ਤੋਂ ਕਿਸੇ ਕਿਸਮ ਦੀ ਉਮੀਦ ਨਹੀਂ ਹੋਣੀ, ਕੋਈ ਨਹੀਂ ਹੋ ਸਕਦੀ ਇਸ ਸਰਕਾਰ ਤੋਂ ਜਿਹੜੇ ਇਸ ਸਰਕਾਰ ਨੂੰ ਚਲਾਉਣ ਵਾਲੇ ਹੈ। ਜੀ ਬਿਲਕੁਲ। ਤੇ ਵੀ ਜੀ ਇਸ ਤਰ੍ਹਾਂ ਲਾਈਕ ਭਾਈ ਸੂਰਤ ਸਿੰਘ ਜੀ ਇਸ ਵੇਲੇ ਲੁਧਿਆਣੇ ਦੇ ਵਿੱਚ ਨੇ ਵਿਚ ਇਜ਼ ਇਨ ਪੰਜਾਬ ਐਂਡ ਐਜ਼ ਕਿ 82 ਸਾਲਾਂ ਬਜ਼ੁਰਗ ਨੇ ਐਂਡ ਜਿਵੇਂ ਪੁਲਿਸ ਨੇ ਉਹਨਾਂ ਨੂੰ ਅਟੈਕ ਕੀਤਾ ਹਸਪੀਟਲ ਦੇ ਵਿੱਚ, ਉਹਨਾਂ ਨੇ ਬੱਚੇ ਨੂੰ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ। ਬੇਟੀ ਨੇ ਵੀ ਕਾਨਫਰੰਸ ਕੀਤੀ ਜਿਸ ਕਾਨਫਰੰਸ ਵਿੱਚ ਤੁਸੀਂ ਵੀ ਸ਼ਾਮਿਲ ਸੀ। ਉਹਨਾਂ ਨੇ ਬੇਟੇ ਨੂੰ ਵੀ ਅਰੈਸਟ ਕੀਤਾ ਹੋਇਆ, ਸਮਰਥਕਾਂ ਨੂੰ ਵੀ ਅਰੈਸਟ ਕੀਤੇ ਜਾ ਰਹੇ ਨੇ, ਮੈਗਜ਼ੀਨ ਐਡੀਟਰ ਪ੍ਰੈਸ ਨੂੰ ਵੀ ਅਰੈਸਟ ਕੀਤਾ ਜਾ ਰਿਹਾ। ਇਹ ਇੱਕ ਪਾਸੇ ਲੱਗ ਰਿਹਾ ਕਿ ਲਾਈਕ ਜਿਹੜੇ ਪੰਜਾਬ ਦੀ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਪੰਜਾਬ ਪੁਲਿਸ, ਇਹਦੇ ਪਿੱਛੇ ਹੱਥ ਤਾਂ ਆਫਕੋਰਸ ਪੰਜਾਬ ਸਰਕਾਰ ਦਾ ਹੈ ਐਂਡ ਐਜ਼ ਪੰਜਾਬ ਸਰਕਾਰ ਕਹਿੰਦੀ ਹੈ ਬਾਦਲ ਸਰਕਾਰ ਦੀ ਹੈ, ਪਰ ਫਿਰ ਵੀ ਇੰਨੀਆਂ ਨੇ ਗੰਦੀਆਂ ਕਰਤੂਤਾਂ ਦੇਖਦੇ ਹੋਏ ਅਸੀਂ ਤਾਂ ਬਹੁਤ ਚਾਹੁੰਦੇ ਕਿ ਸਾਡੇ ਜਿਹੜੇ ਸਿੱਖ ਭਰਾ ਨੇ ਜਾਂ ਪੰਜਾਬ ਦੇ ਭਰਾ ਨੇ ਉਹਨੂੰ ਦਲਦਲ ਚ ਕੱਢੀਏ ਬਾਦਲ ਅਕਾਲੀ ਦਲਾਂ ਦੇ, ਪਰ ਫਿਰ ਵੀ ਇਹਨਾਂ ਦੀ ਕਰਤੂਤਾਂ ਦੇਖਦੇ ਹੋਏ ਇਹ ਸਾਡੇ ਭੈਣ ਭਰਾ ਕਿਉਂ ਉਹਨਾਂ ਨੂੰ ਵੋਟਾਂ ਪਾ ਜਾਂਦੇ ਨੇ, ਫਿਰ ਵੀ ਉਹ ਜਿੱਤ ਜਾਂਦੇ ਨੇ। ਐਸਾ ਕਿਉਂ ਹੋ ਜਾਂਦਾ ਪੰਜਾਬ ਦੇ ਵਿੱਚ? ਨਹੀਂ ਦੇਖੋ ਹੁਣ ਇਸ ਤਰ੍ਹਾਂ ਹੋਣ ਵਾਲਾ ਨਹੀਂ ਹੈ ਜੀ। ਹੁਣ ਆ ਜਿਹੜਾ ਇਹਨਾਂ ਨੇ ਹੋਲੇ ਮਹੱਲੇ ਤੇ ਕਾਨਫਰੰਸ ਕੀਤੀ ਸੀ, ਇਹਨਾਂ ਨੇ ਬੜਾ ਵੱਡਾ ਉੱਥੇ ਇਕੱਠ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉੱਥੇ ਸਾਰੇ ਅਖਬਾਰਾਂ ਦੀ ਰਿਪੋਰਟਿੰਗਾਂ ਤੁਸੀਂ ਪੜ੍ਹੀ ਹੋਣੀ ਆ, ਹਿੰਦੁਸਤਾਨ ਟਾਈਮਸ ਦੇ ਵਿੱਚ ਵੀ, ਟ੍ਰਿਬਿਊਨ ਦੇ ਵਿੱਚ ਵੀ, ਬੜੀ ਥਿਨ ਤਾਂ ਮਤਲਬ ਬਹੁਤ ਥੋੜੀ ਗੈਦਰਿੰਗ ਸੀ ਉੱਥੇ ਜੀ। ਕੋਈ ਲੋਕ ਹੁਣ ਇਹਨਾਂ ਨੂੰ ਨਫ਼ਰਤ ਕਰਦੇ ਆ, ਲੋਕ ਇਹਨਾਂ ਤੋਂ ਤੰਗ ਆ ਚੁੱਕੇ ਆ। ਅਸੀਂ ਇੱਕ ਆਲਟਰਨੇਟਿਵ ਦੇਣ ਜਾ ਰਹੇ ਹਾਂ, ਮੈਂ ਗੁਰਤੇਜ ਸਿੰਘ ਹੋਰ ਸਾਰੇ ਬੰਦੇ ਆਨੰਦਗੜ੍ਹ ਸਾਹਿਬ ਉਹ ਸਾਰੇ ਇਕੱਠੇ ਹੋ ਕੇ ਕਿ ਇੱਕ ਪਾਰਟੀ ਐਸੀ ਬਣਾਈਏ ਜਿਹੜੀ ਕਿ ਪੰਥ ਸਮਰਪਿਤ ਹੋਵੇ ਔਰ ਪੰਜਾਬ ਨੂੰ ਸਮਰਪਿਤ ਹੋਵੇ, ਸਿੱਖਾਂ ਨੂੰ ਸਮਰਪਿਤ ਹੋਵੇ ਔਰ ਜਿਸ ਦੇ ਵਿੱਚ ਕਿਸੇ ਨਾਲ ਵੀ ਸਿੱਖਾਂ ਨਾਲ ਜਾਂ ਗੈਰ ਸਿੱਖਾਂ ਨਾਲ ਕਿਸੇ ਨਾਲ ਜ਼ੁਲਮ ਨਾ ਹੋਵੇ, ਸਭ ਨਾਲ ਇਨਸਾਫ ਹੋਵੇ ਸਭ। ਔਰ ਇਹ ਜੋ ਪੰਜਾਬ ਦੇ ਵਿੱਚ ਬੀਤ ਰਿਹਾ, ਜਿਸ ਨੂੰ ਲੋਕ ਸਫਰ ਕਰ ਰਹੇ ਆ, ਉਹ ਸੰਕਟ ਦੇ ਵਿੱਚੋਂ ਅਸੀਂ ਲੋਕਾਂ ਨੂੰ ਕੱਢ ਸਕੀਏ। ਅਸੀਂ ਇਸ ਕਿਸਮ ਦਾ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅਸੀਂ ਉੱਥੇ ਤਲਵੰਡੀ ਸਾਬੋ ਦੇ ਵਿੱਚ ਐਲਾਨ ਕਰਨ ਜਾ ਰਹੇ ਹਾਂ ਆਪਣੀ ਪਾਰਟੀ ਦਾ, ਜਿਸ ਦਾ ਮੇਨ ਮੁੱਦਾ ਇਹ ਹੋਏਗਾ ਕਿ ਪੰਜਾਬ ਨੂੰ ਬਚਾਓ। ਪੰਜਾਬ ਇੱਕ ਐਸੀ ਦਲਦਲ ਦੇ ਵਿੱਚ ਗਿਰਿਆ ਹੋਇਆ ਹੈ ਜਿੱਥੇ ਰਿਸ਼ਵਤਖੋਰੀ ਆ, ਇੱਕ ਪਰਿਵਾਰ ਦਾ ਰਾਜ ਆ। ਤੁਸੀਂ ਗੱਲ ਕਹਿ ਰਹੇ ਹੋ ਨਾ ਪੁਲਿਸ ਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ, ਤੁਸੀਂ ਅਗਲੀ ਗੱਲ ਸੁਣੋ, ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ RSS ਹੈ। ਹਾਂਜੀ, ਉਹ ਤਾਂ ਦਿਖਦਾ ਹੀ ਹੈ ਵੀਰ ਜੀ। ਹਾਂ, ਇੱਕ ਕਠਪੁਤਲੀ ਹੈ ਬਿਲਕੁਲ। ਜਿਸ ਤਰੀਕੇ ਦੀ ਪ੍ਰਕਾਸ਼ ਸਿੰਘ ਬਾਦਲ ਦੀ ਡੋਰ RSS ਵਾਲੇ ਖਿੱਚਦੇ ਆ, ਉਸ ਦੇ ਮੁਤਾਬਕ ਹੀ ਪ੍ਰਕਾਸ਼ ਸਿੰਘ ਬਾਦਲ ਨਾਚ ਕਰਦਾ। ਉਸ ਦੀ ਆਪਣੀ ਕੋਈ ਔਕਾਤ ਨਹੀਂ, ਉਸ ਦੀ ਕੋਈ ਆਪਣੀ ਜ਼ਮੀਰ ਨਹੀਂ, ਉਹ ਜ਼ਮੀਰ ਉਹਨਾਂ ਦੀ ਮਰ ਚੁੱਕੀ ਹੈ। ਔਰ RSS ਵਾਲੇ ਜੋ ਉਹਨਾਂ ਤੋਂ ਚਾਹੁੰਦੇ ਆ, ਕਿਉਂਕਿ ਉਹਨਾਂ ਨੇ ਇਹਨੂੰ ਛੁੱਟੀ ਦਿੱਤੀ ਹੋਈ ਹੈ ਇਸ ਪਰਿਵਾਰ ਨੂੰ ਕਿ ਜਿੰਨੀ ਮਰਜ਼ੀ ਪੰਜਾਬ ਦੀ ਲੁੱਟ ਕਰ ਲਓ, ਜਿੰਨੀ ਮਰਜ਼ੀ ਤੁਸੀਂ ਸਰਮਾਇਆ ਬਣਾ ਲਓ, ਜਿੰਨੀ ਮਰਜ਼ੀ ਤੁਸੀਂ ਰਿਸ਼ਵਤਖੋਰੀ ਕਰ ਲਓ, ਤੁਹਾਡੇ ਤੇ ਅਸੀਂ ਕੋਈ ਕਿਸੇ ਕਿਸਮ ਦਾ ਉਂਗਲੀ ਨਹੀਂ ਉਠਾਵਾਂਗੇ, ਪਰ ਜੋ ਤੁਸੀਂ ਸਿੱਖਾਂ ਨਾਲ ਕਰਨਾ ਉਹ ਸਾਡੇ ਮੁਤਾਬਕ। ਸਿੱਖਾਂ ਦਾ ਮਨੋਬਲ ਤੋੜਨਾ, ਸਿੱਖਾਂ ਨੂੰ ਟੋਟਲੀ ਡਿਮੋਰਲਾਈਜ਼ ਕਰਨਾ, ਸਿੱਖਾਂ ਨੂੰ ਟੋਟਲੀ ਸਪਰੈਸ ਕਰਨਾ, ਇਹ ਏਜੰਡਾ RSS ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਹੈ। ਔਰ ਉਹ ਇਹ ਏਜੰਡੇ ਨੂੰ ਪੰਜਾਬ ਦੇ ਵਿੱਚ ਬਗੈਰ ਕਿਸੇ ਹੀਲ ਹੁਜਤ ਤੋਂ ਇੰਪਲੀਮੈਂਟ
ਇੰਪਲੀਮੈਂਟ ਕਰ ਰਿਹਾ ਹੈ ਜੀ ਔਰ ਇਸ ਦੇ ਨਾਲ ਪੰਜਾਬ ਦਾ ਜਿਹੜਾ ਡੀਜੀਪੀ ਆ ਉਸ ਨੂੰ ਪੂਰੇ ਇਖਤਿਆਰ ਦਿੱਤੇ ਹੋਏ ਆ ਇਸਨੇ ਔਰ ਲਾਅ ਐਂਡ ਆਰਡਰ ਨੂੰ ਜਿਵੇਂ ਮਰਜ਼ੀ ਚਾਹੇ ਉਸ ਤਰ੍ਹਾਂ ਤਰੋੜ ਲੈ, ਜਿਹਨੂੰ ਮਰਜ਼ੀ ਜੇਲ੍ਹ ਦੇ ਵਿੱਚ ਸਿੱਟ ਦੇ, ਜਿਹਦੇ ਨਾਲ ਜਿਸ ਕਿਸਮ ਦਾ ਵਿਹਾਰ ਕਰ ਲੈ। ਤੋ ਇਹ ਬਹੁਤ ਵੱਡੀ ਇੱਕ ਮਤਲਬ ਘਿਨਾਉਣੀ ਹਰਕਤ ਜਿਹੜੀ ਹੈ, ਇਸ ਕਿਸਮ ਦਾ ਜ਼ੁਲਮ ਜਿੰਨਾ ਸਿੱਖਾਂ ਦੇ ਉੱਤੇ ਹੁਣ ਹੋ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ, ਇਸ ਕਿਸਮ ਦਾ ਜ਼ੁਲਮ ਤਾਂ 18ਵੀਂ ਸਦੀ ਵਿੱਚ ਵੀ ਨਹੀਂ ਹੋਇਆ ਜੀ ਬਿਲਕੁਲ। ਔਰ ਉਹ ਇਹ ਸਾਰੀ ਇੰਡੀਅਨ ਸਟੇਟ ਦੀ ਇੱਕ ਪਾਲਿਸੀ ਆ, ਇੱਕ ਫਰੇਮਵਰਕ ਆ, ਜਿਸ ਫਰੇਮਵਰਕ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਦੇ ਉੱਤੇ ਥੋਪਿਆ ਹੋਇਆ ਹੈ। ਹੁਣ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਉਸਨੇ ਪਹਿਲੇ ਦਿਨ ਹੀ ਕਹਿਤਾ ਵੀ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਆ ਉਹਨਾਂ ਨੂੰ ਕੱਢੋ। ਉਸਨੇ ਆਪਣੀ ਠੋਕ ਕੇ ਕਸ਼ਮੀਰ ਦੀ ਗੱਲ ਕੀਤੀ ਆ, ਬਲਕਿ ਆ ਜਿਹੜਾ ਅਫਜ਼ਲ ਗੁਰੂ ਆ ਉਸ ਦੀਆਂ ਅਸਥੀਆਂ ਵੀ ਉਹਨਾਂ ਨੇ ਮੰਗੀਆਂ। 18 MLA ਨੇ ਲਿਖ ਕੇ ਦਿੱਤਾ ਵੀ ਉਸ ਦੀਆਂ ਅਸਥੀਆਂ ਤੁਸੀਂ ਤਿਹਾੜ ਜੇਲ੍ਹ ਚੋਂ ਸਾਨੂੰ ਵਾਪਸ ਕਰੋ। ਇਹ ਮਤਲਬ ਕਹਿਣ ਦਾ ਇਹ ਆ। 370 ਜਿਹੜਾ ਆਰਟੀਕਲ ਆ ਉਹਨੇ ਕਿਹਾ ਇਸ ਦੇ ਉੱਤੇ ਤਾਂ ਤੁਸੀਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ ਜੀ, ਮਤਲਬ ਸੈਂਟਰ ਨੂੰ ਠੋਕ ਕੇ ਗੱਲ ਕਹਿ ਰਹੇ ਆ। ਅੱਜ ਜੇ ਪੰਜਾਬ ਦੇ ਵਿੱਚ ਸਹੀ ਕਿਸਮ ਦੀ ਨੁਮਾਇੰਦਾ ਸਰਕਾਰ ਹੋਵੇ, ਪੰਜਾਬ ਦੇ ਵਿੱਚ ਜੋ ਸਰਕਾਰ ਚਲਾਉਣ ਵਾਲੇ ਆ ਉਹ ਪੰਜਾਬ ਨੂੰ ਤੇ ਸਿੱਖਾਂ ਨੂੰ ਸਮਰਪਿਤ ਹੋਣ ਤਾਂ ਇਸ ਕਿਸਮ ਦੀਆਂ ਗੱਲਾਂ ਹੋ ਹੀ ਨਹੀਂ ਸਕਦੀਆਂ ਜੀ। 2 ਮਿੰਟਾਂ ਵਿੱਚ ਇਹ ਕੈਦੀ ਕੱਢੇ ਜਾ ਸਕਦੇ ਆ ਜਿਨ੍ਹਾਂ ਨੂੰ ਬਗੈਰ ਕਿਸੇ ਗੱਲ ਤੋਂ ਬੇਰਹਿਮੀ ਦੇ ਨਾਲ ਅੰਦਰ ਰੱਖਿਆ ਹੋਇਆ, ਮਤਲਬ ਕਿੰਨੇ ਸਾਲਾਂ ਤੋਂ 30 25 ਸਾਲਾਂ ਤੋਂ ਉਹਨਾਂ ਨੂੰ 2-4 ਮਿੰਟਾਂ 'ਚ ਕੱਢਿਆ ਜਾ ਸਕਦਾ। ਜਿਸ ਤਰ੍ਹਾਂ ਉਹਨੇ ਇੱਕ ਕਹਿ ਦਿੱਤਾ ਮੁਫਤੀ ਮੁਹੰਮਦ ਨੇ ਕਸ਼ਮੀਰ ਦੇ ਵਿੱਚ। ਤੋਂ ਕਹਿਣ ਦਾ ਮਤਲਬ ਇਹ ਆ ਕਿ ਸਿੱਖਾਂ ਨੂੰ ਆਪਾਂ ਅਪੀਲ ਕਰੀਏ। ਦੇਖੋ ਕਿੰਨੀ ਟ੍ਰੈਜੇਡੀ ਆ ਬੀਬੀ ਜੀ ਕਿ ਸਿੱਖਾਂ ਨੇ 40-45 ਸਾਲ ਤੱਕ ਕਾਂਗਰਸ ਨੂੰ ਵੋਟਾਂ ਪਾ ਕੇ ਕਾਂਗਰਸ ਨੂੰ ਰਾਜ ਕਰਵਾਇਆ ਪੰਜਾਬ ਦੇ ਵਿੱਚ। ਕਾਂਗਰਸ ਨੇ ਸਿੱਖਾਂ ਨੂੰ ਕੀ ਦਿੱਤਾ? ਕਾਂਗਰਸ ਨੇ ਸਿੱਖਾਂ ਦੀ ਛਾਤੀ 'ਚ ਗੋਲੀਆਂ ਮਾਰੀਆਂ। ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਿੱਖਾਂ ਦੇ ਉੱਤੇ ਇਤਨਾ ਜ਼ੁਲਮ ਤਸ਼ੱਦਦ ਕੀਤਾ। ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਫਿਰ ਤੁਸੀਂ ਮਤਲਬ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਮਤਲਬ ਜਿਹੜਾ ਕਿ RSS ਦਾ ਨੁਮਾਇੰਦਾ ਜਿਹੜਾ 24 ਘੰਟੇ ਕਾਂਗਰਸ ਨੂੰ ਗਾਲਾਂ ਕੱਢਦਾ ਸੀ, ਅੱਜ ਕਾਂਗਰਸ ਨਾਲੋਂ ਕਿਤੇ ਵੱਧ ਅਤਿਆਚਾਰ ਉਹ ਸਿੱਖਾਂ ਦੇ ਉੱਤੇ ਕਰ ਰਿਹਾ ਪੰਜਾਬ ਦੇ ਵਿੱਚ। ਤੋਂ ਸਿੱਖਾਂ ਨੇ ਆਪਣੀ ਸਰਕਾਰ ਹਲੇ ਤੱਕ ਬਣਾਈ ਹੀ ਨਹੀਂ। ਦੇਖੋ ਕੈਸੀ ਸਾਡੀ ਟ੍ਰੈਜੇਡੀ ਹੈ ਸਾਡੀ ਕੌਮ ਦੀ ਕਿ ਅਸੀਂ ਹਲੇ ਤੱਕ 1947 ਤੋਂ ਹੁਣ ਤੱਕ ਅਸੀਂ ਆਪਣੀ ਨੁਮਾਇੰਦਾ ਸਰਕਾਰ ਨਹੀਂ ਬਣਾਈ ਜਿਹੜੀ ਸਿੱਖਾਂ ਨੂੰ ਸਮਰਪਿਤ ਹੋਵੇ, ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇ, ਸਿੱਖਾਂ ਦੀ ਨੁਮਾਇੰਦਾ ਸਰਕਾਰ ਹੋਵੇ। ਜੇ ਸਿੱਖਾਂ ਦੀ ਨੁਮਾਇੰਦਾ ਸਰਕਾਰ ਹੋਏਗੀ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੀਆਂ ਇਸ ਕਿਸਮ ਦੀਆਂ ਸਮੱਸਿਆਵਾਂ ਹੋ ਹੀ ਨਹੀਂ ਸਕਦੀਆਂ। ਹੁਣ ਬਹੁਤ ਸਾਰੇ ਹੁਣ ਦੇਖੋ ਬਹੁਤ ਸਾਰੇ ਜਿਹੜੇ ਭੋਲੇ ਭਾਲੇ ਸਿੱਖ ਆ ਉਹ ਆਮ ਪਾਰਟੀ ਦੇ ਕਲਾਵੇ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਆਮ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ ਹੈ, ਆਮ ਪਾਰਟੀ ਇੱਕ ਦਿੱਲੀ ਦੇ ਲੋਕਾਂ ਦੀ ਪਾਰਟੀ ਆ, ਉਹ ਸਿੱਖਾਂ ਨੂੰ ਸਮਰਪਿਤ ਨਹੀਂ ਹੈ। ਉਹਨਾਂ ਨੇ ਕੋਈ ਵੀ ਕੰਮ ਵੀ ਤੁਸੀਂ ਪਹਿਲਾਂ ਕਾਂਗਰਸ ਦੀ ਹਮਾਇਤ ਕਰਦੇ ਰਹੇ, ਫਿਰ ਤੁਸੀਂ 20-22 ਸਾਲ ਤੋਂ ਬਾਦਲ ਸਾਹਿਬ ਦੀ ਹਮਾਇਤ ਕਰਦੇ ਰਹੇ, ਹੁਣ ਤੁਸੀਂ ਮਤਲਬ ਆਮ ਪਾਰਟੀ ਦੀ ਹਮਾਇਤ ਕਰ ਲਓ। ਤੁਹਾਡੀ ਆਪਣੀ ਪਾਰਟੀ ਤਾਂ ਕੋਈ ਹੈ ਹੀ ਨਹੀਂ, ਸਿੱਖਾਂ ਨੂੰ ਸਮਰਪਿਤ ਪਾਰਟੀ ਨਹੀਂ। ਤੋਂ ਸਾਡਾ ਤਾਂ ਇਹੀ ਕਹਿਣਾ ਅਪੀਲ ਕਰਨਾ ਤੁਹਾਡੇ ਚੈਨਲ ਦੇ ਰਾਹੀਂ ਸਿੱਖਾਂ ਨੂੰ ਵੀ ਐਸੀ ਪਾਰਟੀ ਆਪਾਂ ਬਣਾਈਏ, ਐਸੀ ਇੱਕ ਧਿਰ ਬਣਾਈਏ ਪੰਜਾਬ ਦੇ ਵਿੱਚ ਸਿਆਸੀ ਧਿਰ ਜਿਹੜੀ ਸਿੱਖਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝੇ, ਜਿਹੜੀ ਸਿੱਖਾਂ ਨੂੰ ਸਮਰਪਿਤ ਹੋਵੇ, ਪੰਜਾਬ ਨੂੰ ਸਮਰਪਿਤ ਹੋਵੇ, ਪੰਜਾਬ ਦੇ ਉੱਤੇ ਜੋ ਜ਼ੁਲਮ ਜੋ ਤਸ਼ੱਦਦ ਜੋ ਬੇਰਹਿਮੀ ਹੋ ਰਹੀ ਹੈ ਉਸ ਨੂੰ ਦੂਰ ਕਰ ਸਕੀਏ ਆਪਾਂ ਉਹ ਸਰਕਾਰ ਬਣਾ ਕੇ। ਬਿਲਕੁਲ ਵੀਰ ਜੀ, ਵੀ ਡੂ ਐਗਰੀ ਵਿਦ ਯੂ। ਵੀਰ ਜੀ ਆਪਣੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ। ਐਦਾਂ ਇੱਕ ਦੂਸਰੇ ਮੁੱਦੇ ਦੇ ਉੱਪਰ ਵੀ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਦਿੱਲੀ 'ਚ 16 ਦਸੰਬਰ ਸਮੂਹਿਕ ਜ਼ਬਰ ਜਨਾਹ ਦੀ ਘਟਨਾ ਤੇ ਜਿਹੜੀ ਡਾਕੂਮੈਂਟਰੀ ਬਣੀ ਸੀ BBC ਵੱਲੋਂ ਆਖਿਰਕਾਰ ਪ੍ਰਸਾਰਣ ਕਰ ਦਿੱਤਾ ਗਿਆ ਔਰ ਉਹਦਾ YouTube ਤੇ ਵੀ ਲਗਾ ਦਿੱਤੀ ਗਈ ਹੈ। ਪਰ ਇੰਡੀਅਨ ਗਵਰਨਮੈਂਟ ਟ੍ਰਾਈਡ ਸੋ ਮਚ ਟੂ ਬੈਨ ਦਿਸ ਪਿਕਚਰ ਤਾਂ ਕਿ ਲੋਕ ਇਹਨਾਂ ਰੇਪਿਸਟ ਦੀ ਸੱਚਾਈ, ਇਹਨਾਂ ਦੀ ਮਾਨਸਿਕਤਾ, ਵਾਈ ਡੂ ਸੱਚ ਅ ਸ਼ੇਮਲੈਸ ਕ੍ਰਾਈਮਸ ਵਿਦਆਊਟ ਐਨੀ ਫੇਅਰ ਇਨ ਇੰਡੀਆ, ਉਹ ਇੱਕ ਕਿਸ ਔਰਤ ਨੂੰ ਕਿਸ ਨਿਗਾਹ ਨਾਲ ਵੇਖਦੇ ਨੇ, ਇਸ ਬਾਰੇ ਉਹਨਾਂ ਨੇ ਜਾਗਰੂਕ ਲੋਕਾਂ ਨੂੰ ਕਰਵਾਉਣਾ ਚਾਹਿਆ ਸੀਗਾ। ਪਰ ਇੰਡੀਅਨ ਲੋਕਾਂ ਨੇ ਬਹੁਤ ਟਰਾਈ ਕੀਤਾ ਬੈਨ ਕਰਨ ਨੂੰ। ਓਵਰਆਲ ਤੁਸੀਂ ਇੰਡੀਅਨ ਗਵਰਨਮੈਂਟ ਦੀ ਕਿਉਂਕਿ ਉਹਨਾਂ ਨੇ ਬੈਨ ਕੀਤਾ ਉਸ ਬਾਰੇ ਆਲਸੋ ਓਵਰਆਲ ਇਸ ਡਾਕੂਮੈਂਟਰੀ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਹਿੰਦੁਸਤਾਨ ਦੀ ਸਰਕਾਰ ਦੀ ਇੱਕ ਪਾਲਿਸੀ ਆ ਕਿ ਜੋ ਇੱਥੇ ਬੇਰਹਿਮੀ ਹੁੰਦੀ ਆ, ਜੋ ਇੱਥੇ ਤਸ਼ੱਦਦ ਹੁੰਦਾ, ਜੋ ਇੱਥੇ ਜ਼ੁਲਮ ਹੁੰਦਾ, ਜੋ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਸ ਨੂੰ ਬਾਹਰ ਨਾ ਜ਼ਾਹਰ ਕੀਤਾ ਜਾਵੇ, ਜੱਗ ਜ਼ਾਹਰ ਨਾ ਹੋਵੇ ਕਿਸੇ ਦੀ ਗੱਲ।
ਜੀ। ਲੇਕਿਨ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਨਹੀਂ ਕਿ ਅੱਜ ਦੁਨੀਆ ਜਿਹੜੀ ਆ ਉਹ ਅਖਬਾਰਾਂ ਤੇ ਟੀਵੀ ਦੇ ਚੈਨਲਾਂ ਤੋਂ ਉੱਤੇ ਇੰਟਰਨੈਟ ਦੇ ਰਾਹੀਂ ਸਾਰੀ ਦੁਨੀਆ ਜੁੜ ਚੁੱਕੀ ਹੈ। ਜੀ ਬਿਲਕੁਲ। ਤੋਂ ਗੱਲ ਤਾਂ ਜਿਹੜੀ ਕੱਲ ਵੀ ਬਿਆਨ ਦਿੱਤਾ ਕਈ ਐਡੀਟਰਸ ਨੇ 20-25 ਜਿਹੜੇ ਮੀਡੀਆ ਦੇ ਐਡੀਟਰਸ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਇਹ ਗੱਲ ਜਿਹੜੀ ਬੈਨ ਕਰਨ ਵਾਲੀ ਗੱਲ ਤੁਸੀਂ ਗਲਤ ਕੀਤੀ ਜੀ। ਬਹੁਤ ਜ਼ੁਲਮ ਹੋਇਆ ਉਸ ਗੱਲ ਦੇ ਵਿੱਚ ਉਸ ਵਿਚਾਰੀ ਲੜਕੀ ਦੇ ਨਾਲ, ਬੜਾ ਅਤਿਆਚਾਰ ਹੋਇਆ ਔਰ ਉਹ ਆਦਮੀ ਐਸਾ ਦਰਿੰਦਾ ਜਿਹੜਾ ਹੈਗਾ ਜਿਸਨੇ ਉਹ ਜ਼ੁਲਮ ਕੀਤਾ ਉਹ ਹਲੇ ਤੱਕ ਵੀ ਉਸ ਗੱਲ ਤੇ ਪਛਤਾਵਾ ਨਹੀਂ ਕਰ ਰਿਹਾ। ਬਿਲਕੁਲ। ਉਸ ਗੱਲ ਨੂੰ ਬਲਕਿ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੋ ਮੈਂ ਅਖਬਾਰਾਂ ਦੇ ਵਿੱਚ ਉਸ ਦੇ ਬਿਆਨਾਂ ਬਾਰੇ ਪੜ੍ਹਿਆ, ਐਡੀਟੋਰੀਅਲ ਵੀ ਲਿਖੇ, ਕੱਲ ਟਾਈਮਜ਼ ਆਫ ਇੰਡੀਆ ਦਾ ਐਡੀਟੋਰੀਅਲ ਵੀ ਸੀ, ਸਪੋਕਸਮੈਨ ਨੇ ਵੀ ਉਹਦੇ ਤੇ ਐਡੀਟੋਰੀਅਲ ਲਿਖਿਆ, ਹੋਰ ਅਖਬਾਰਾਂ ਨੇ ਵੀ ਬਹੁਤ ਕੁਝ ਲਿਖਿਆ। ਤੋ ਉਸ ਗੱਲ ਦੀ ਉਸ ਨੂੰ ਪਛਤਾਤਾਪ ਕਰਨਾ ਚਾਹੀਦਾ ਸੀ, ਉਸ ਨੂੰ ਮਾਫੀ ਮੰਗਣੀ ਚਾਹੀਦੀ ਆ ਦੁਨੀਆ ਤੋਂ, ਇਨਸਾਨੀਅਤ ਦੇ ਉਹਦੇ ਉੱਤੇ ਕਿ ਬਈ ਮੇਰੇ ਤੋਂ ਬੜੀ ਵੱਡੀ ਗਲਤੀ ਹੋਈ ਆ, ਮੈਨੂੰ ਰੱਬ ਮਾਫ ਕਰੇ, ਮੈਨੂੰ ਦੁਨੀਆ ਮਾਫ ਕਰੇ, ਇਨਸਾਨੀਅਤ ਮੈਨੂੰ ਮਾਫ ਕਰੇ। ਪਰ ਮਾਫ ਕਰਨ ਦੀ ਬਜਾਏ ਉਹ ਆਪਣੇ ਐਕਟ ਨੂੰ ਜਸਟੀਫਾਈ ਕਰਦਾ। ਹਾਂਜੀ। ਤੋ ਇਸ ਕਿਸਮ ਦੀ ਜਿਹੜੀ ਗੱਲ ਹੈ ਇਹ ਬੜੀ ਮਾੜੀ ਆ। ਬੜਾ ਜਦੋਂ ਦਿਲ 'ਚ ਵੀ ਮਨ 'ਚ ਵੀ ਇਸ ਨੂੰ ਸੋਚੀਦਾ ਤਾਂ ਇਸ ਦੇ ਉੱਤੇ ਸਾਨੂੰ ਬੜਾ ਘਿਰਨਾ ਹੁੰਦੀ ਆ ਵੀ ਕਿਸ ਕਿਸਮ ਦੇ ਇਨਸਾਨ ਇਸ ਦੁਨੀਆ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਕਿਸੇ ਕਿਸਮ ਦਾ ਵਿਚਾਰੀ ਲੜਕੀ ਇੱਕ ਇਨੋਸੈਂਟ ਉਹਨੂੰ ਰਾਤ ਨੂੰ ਵਿਚਾਰੀ ਨੂੰ ਬਿਠਾ ਕੇ ਕਿਸ ਕਿਸਮ ਦਾ ਉਸ ਦੇ ਉੱਤੇ ਜ਼ੁਲਮ ਕੀਤਾ। ਮੈਂ ਤਾਂ ਕਹਿੰਦਾ ਜ਼ਬਾਨ ਤੇ ਨਹੀਂ ਉਹ ਗੱਲ ਲਿਆਦੀ ਜਾ ਸਕਦੀ। ਦਿਮਾਗ ਦੇ ਵਿੱਚ ਵੀ ਜਦੋਂ ਗੱਲ ਆਉਂਦੀ ਆ ਤਾਂ ਦਿਲ ਦੇ ਵਿੱਚ ਕੰਬਣੀ ਛਿੜਦੀ ਆ ਵੀ ਇਸ ਕਿਸਮ ਦੇ ਵੀ ਸਾਡੇ ਲੋਕ ਹੈਗੇ ਆ ਜਿਹੜੇ ਇਸ ਕਿਸਮ ਦੀਆਂ ਘਿਨਾਉਣੀਆਂ ਹਰਕਤਾਂ ਕਰਕੇ ਵੀ ਪਛਤਾਤਾਪ ਨਹੀਂ ਕਰਦੇ। ਹਾਂਜੀ ਬਿਲਕੁਲ। ਤੇ ਵੀ ਜੀ ਨਾਟ ਓਨਲੀ ਫॉर दैट गर्ल ਪਰ ਇੰਡੀਆ ਦੇ ਵਿੱਚ ਜਦੋਂ ਇਸ ਅਖਬਾਰ ਖੋਲਦੇ ਨਹੀਂ ਸੀ ਪਰ ਆਲ ਯੂ ਸੀ ਕਿ ਕਿਸ ਤਰ੍ਹਾਂ ਅਗਰ ਲੜਕੀ ਨਾ ਕਰ ਦਿੰਦੀ ਹੈ ਤਾਂ ਉਹਨੂੰ ਉਹਦੇ ਉੱਪਰ ਮੁੰਡੇ ਤੇਜ਼ਾਬ ਸੁੱਟ ਦਿੰਦੇ ਨੇ, ਜੇ ਲੜਕੀ ਹਾਂ ਕਰ ਦਿੰਦੀ ਵਿਆਹ ਹੋ ਜਾਂਦਾ ਫਿਰ ਦਹੇਜ ਵਾਲੇ ਦਹੇਜ ਲੈ ਕੇ ਮਾਰਨ ਲੱਗ ਪੈਂਦੇ ਨੇ ਜਦ ਦਹੇਜ ਦੀ ਮੰਗ ਕਰਦੇ ਨੇ। ਇੱਕ ਪਾਸੇ ਤਾਂ ਇੰਨੀਆਂ ਸਾਰੀਆਂ ਮਾਤਾਵਾਂ ਦੀ ਲਾਈਕ ਪੂਜਾ ਕਰਦੇ ਨੇ, ਦੇयर ਸੋ ਮੈਨੀ ਮਦਰਸ दैट प्रे टू। ਦੂਸਰੇ ਪਾਸੇ ਇਹ ਛੋਟੀ ਛੋਟੀਆਂ 1-2 ਸਾਲ ਦੀਆਂ ਬੱਚੀਆਂ ਵੀ ਨਹੀਂ ਬਖਸ਼ਦੇ ਹੈਗੇ। ਜਿੰਨੀ ਡੋਂਟ ਯੂ ਥਿੰਕ ਜਿੰਨੀ ਐਨਰਜੀ ਇੰਡੀਅਨ ਗਵਰਨਮੈਂਟ ਨੇ ਇਸ ਮੂਵੀ ਨੂੰ ਬੈਨ ਕਰਨ ਲਈ ਲਗਾਈ ਉਨੀ ਅਗਰ ਐਨਰਜੀ ਇਹਨਾਂ ਰੇਪਿਸਟ ਨੂੰ ਸਜ਼ਾਵਾਂ ਦੇਣ ਜਾਂ ਫਿਰ ਕੁੜੀਆਂ ਨੂੰ ਇਨਸਾਫ ਦੇਣ ਲਈ ਲਗਾ ਦਿੰਦੇ, ਡੋਂਟ ਯੂ ਥਿੰਕ ਇੰਡੀਆ ਵੁੱਡ ਬੀ ਅ ਬੈਟਰ ਐਂਡ ਸੇਫਰ ਪਲੇਸ ਫॉर ਵੂਮਨ? ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਕਿਤਾਬ ਲਿਖੀ ਗਈ ਸੀ ਬਹੁਤ ਪਹਿਲਾਂ ਪਿਛਲੀ ਸਦੀ ਦੇ ਵਿੱਚ। ਉਹ ਕਿਤਾਬ ਦਾ ਹੈਡਿੰਗ ਸੀ ਮਦਰ ਇੰਡੀਆ। ਉਸ ਦੇ ਵਿੱਚ ਉਸਨੇ ਸਤੀ ਦੇ ਉੱਤੇ ਗੱਲ ਲਿਖੀ ਸੀ, ਇਸੇ ਕਿਸਮ ਦੀ ਗੱਲ। ਇੱਕ ਪਾਸੇ ਤਾਂ ਜਿਹੜੀ ਜੇ ਕੋਈ ਵਿਡੋ ਔਰਤ ਹੋ ਗਈ ਆ ਉਸ ਨੂੰ ਮਜਬੂਰ ਕਰਕੇ ਉਸਦੇ ਹਸਬੈਂਡ ਦੇ ਜਿਹੜੀ ਚਿਤਾ ਉਹਦੇ ਉੱਤੇ ਸਿੱਟਿਆ ਜਾਂਦਾ ਵੀ ਇਹ ਸਤੀ ਹੋ ਜੇ। ਦੂਸਰੇ ਪਾਸੇ ਉਸ ਨੂੰ ਪੂਜਿਆ ਜਾਂਦਾ। ਉਸਨੇ ਇੱਕ ਐਗਜ਼ਾਮਪਲ ਦਿੱਤੀ ਸੀ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਸੱਪ ਆ ਉਸ ਨੂੰ ਸ਼ਿਵ ਜੀ ਦੇ ਰੂਪ ਦੇ ਵਿੱਚ ਉਸ ਨੂੰ ਪੂਜਦੇ ਆ ਔਰ ਜਿੱਥੇ ਸੱਪ ਮਿਲ ਜੇ ਉਸੇ ਵੇਲੇ ਉਸ ਨੂੰ ਮਾਰ ਦਿੰਦੇ ਆ। ਮਤਲਬ ਇੰਡੀਆ ਦੇ ਕੈਰੈਕਟਰ ਦੀ ਡਾਇਕੋਟਮੀ ਜਿਹੜੀ ਹੈਗੀ ਆ, ਕੰਟਰਡਿਕਸ਼ਨ ਜਿਹੜੀ ਹੈ ਉਸਨੇ ਡਿਸਕ੍ਰਾਈਬ ਕੀਤੀ ਸੀਗੀ ਉਸ ਲੇਡੀ। ਉਹ ਵੀ ਆਥਰ ਉਹਦੀ ਲੇਡੀ ਸੀ, ਅਮਰੀਕਨ ਲੇਡੀ ਸੀਗੀ। ਤੋ ਹਿੰਦੁਸਤਾਨ ਦੀ ਟ੍ਰੈਜੇਡੀ ਇਹ ਹੈ, ਇੱਕ ਪਾਸੇ ਤਾਂ ਅਸੀਂ ਔਰਤ ਨੂੰ ਮਾਂ ਕਹਿੰਦੇ ਆ, ਭੈਣ ਕਹਿੰਦੇ ਆ, ਦੇਵੀ ਕਹਿੰਦੇ ਆ। ਦੂਸਰੇ ਪਾਸੇ ਜਿਸ ਕਿਸਮ ਦੀ ਦੁਰਦਿਸ਼ਾ ਅਸੀਂ ਔਰਤ ਦੇ ਨਾਲ ਕਰਦੇ ਹਾਂ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਹੁੰਦੀ, ਨਾ ਪਹਿਲਾਂ ਹੋਈ ਆ ਨਾ ਹੁਣ ਹੁੰਦੀ ਹੈ। ਤੋ ਸਾਡਾ ਜਿਹੜਾ ਕਰੈਕਟਰ ਆ ਉਹ ਡੁਪਲੀਕੇਟ ਕਰੈਕਟਰ ਆ, ਦੇਖਣ ਨੂੰ ਕਰਨ ਨੂੰ ਕੁਛ, ਬਾਹਰੋਂ ਕੁਛ, ਅੰਦਰੋਂ ਕੁਛ। ਤੋ ਇਸ ਕਿਸਮ ਦੀ ਜਿਹੜੀ ਦੁਰਦਿਸ਼ਾ ਔਰਤਾਂ ਨਾਲ ਹਿੰਦੁਸਤਾਨ ਦੇ ਵਿੱਚ ਹੁੰਦੀ ਆ ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਹੁੰਦੀ ਕਿਉਂਕਿ ਸਾਡੇ ਡਬਲ ਸਟੈਂਡਰਡਸ ਆ। ਅਸੀਂ ਦੂਸਰਿਆਂ ਦੀਆਂ ਧੀਆਂ ਭੈਣਾਂ ਨੂੰ ਤਾਂ ਹੋਰ ਤਰੀਕੇ ਨਾਲ ਟਰੀਟ ਕਰਦੇ ਆ, ਆਪਣੀਆਂ ਧੀਆਂ ਭੈਣਾਂ ਨੂੰ ਹੋਰ ਤਰੀਕੇ ਨਾਲ ਟਰੀਟ ਕਰਦੇ ਆ। ਅਸੀਂ ਬੱਚਿਆਂ ਦੇ ਉੱਤੇ, ਛੋਟੀਆਂ ਬੱਚੀਆਂ ਦੇ ਉੱਤੇ ਆਮ ਅਖਬਾਰਾਂ 'ਚ ਪੜ੍ਹਨਾ ਹੁੰਦਾ। ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਇਸੇ ਕਿਸਮ ਦੀ ਖਬਰ ਜਿਸ ਤਰ੍ਹਾਂ ਤੁਸੀਂ ਕਿਹਾ ਤੇਜ਼ਾਬ ਸਿੱਟਣ ਵਾਲੀ ਗੱਲ ਹੋਈ ਹੈ ਔਰ ਇਸੇ ਤਰੀਕੇ ਦੇ ਇੱਕ ਨਾਗਾਲੈਂਡ ਦੇ ਵਿੱਚ ਗੱਲ ਹੋਈ ਆ ਕਿ ਇੱਕ ਬੰਦੇ ਨੇ ਜਿਹੜਾ ਅਸਾਮ ਦਾ ਸੀ ਉਸਨੇ ਨਾਗਾਲੈਂਡ ਦੀ ਲੜਕੀ ਦਾ ਰੇਪ ਕਰ ਦਿੱਤਾ ਔਰ ਉਸਨੂੰ ਜੇਲ੍ਹ ਦੇ ਵਿੱਚੋਂ ਫਿਰ ਲੋਕਾਂ ਨੇ 4-5 ਹਜ਼ਾਰ ਲੋਕਾਂ ਨੇ ਜੇਲ੍ਹ ਚੋਂ ਉਸਨੂੰ ਕੱਢ ਕੇ ਬੜੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਮਾਰ ਕੇ ਉਸਨੂੰ ਘੜੀਸ ਕੇ 7 ਕਿਲੋਮੀਟਰ ਦੂਸਰੀ ਜਗ੍ਹਾ ਲੈ ਗਏ। ਤੋ ਇਹ ਗੱਲਾਂ ਆਮ ਹੋ ਰਹੀਆਂ ਹਿੰਦੁਸਤਾਨ ਦੇ ਵਿੱਚ। ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਖਾਸ ਤੌਰ ਦੇ ਉੱਤੇ
ਇਸ ਕਿਸਮ ਦੇ ਕਾਨੂੰਨ ਬਣਾਉਣੇ ਚਾਹੀਦੇ ਆ। ਕਾਨੂੰਨ ਬਣਾਉਣ ਤੋਂ ਬਾਅਦ ਉਹਨਾਂ ਨੂੰ ਇੰਨਾ ਕੰਟਰੋਲ ਕਰਨਾ ਚਾਹੀਦਾ ਕਿ ਇਸ ਕਿਸਮ ਦੀਆਂ ਹਰਕਤਾਂ ਹਮੇਸ਼ਾ ਲਈ ਰੋਕੀਆਂ ਜਾਣ। ਲੋਕਾਂ ਦਾ ਮਾਈਂਡ ਸੈਟ ਚੇਂਜ ਕਰਨਾ ਚਾਹੀਦਾ ਜੀ। ਲੋਕਾਂ ਦਾ ਜਿਹੜਾ ਆਊਟਲੁੱਕ ਆ ਹਿੰਦੁਸਤਾਨ ਦੇ ਲੋਕਾਂ ਦਾ ਔਰਤਾਂ ਪ੍ਰਤੀ, ਉਹ ਤਬਦੀਲ ਕਰਨ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ ਉਸ ਨੂੰ ਤਬਦੀਲ ਕਰਨ ਦੇ ਲਈ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਹੋਰ ਧਾਰਮਿਕ ਸਥਾਨਾਂ ਦੇ ਉੱਤੇ ਇਸ ਗੱਲ ਦਾ ਪੂਰਾ ਪ੍ਰੋਪੇਗੈਂਡਾ ਹੋਣਾ ਚਾਹੀਦਾ ਤਾਂ ਕਿ ਲੋਕਾਂ ਦਾ ਆਊਟਲੁੱਕ ਹਮੇਸ਼ਾ ਲਈ ਔਰਤਾਂ ਪ੍ਰਤੀ ਬਦਲ ਜਾਵੇ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ 2 ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਹੈ ਐਂਡ 13 ਅਪ੍ਰੈਲ ਤੋਂ ਬਾਅਦ ਵੀ ਜਿਹੜੀ ਤੁਸੀਂ ਪਾਰਟੀ ਸ਼ੁਰੂ ਕਰੋਗੇ ਉਸ ਬਾਰੇ ਵੀ ਅਸੀਂ ਅਪਡੇਟ ਤੁਹਾਡੇ ਕੋਲ ਜ਼ਰੂਰ ਲਵਾਂਗੇ। ਪਰ ਹੁਣ ਵੀਰ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर्स इस दे नाल असीं तुहाडे कोल इजाजत लैंदे हां। मंडे मिलांगे सेम टाइम सेम शो ते, तद तक लिए वाहिगुरू जी का खालसा, वाहिगुरू जी की फतेह।